ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੀ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀਆਂ ਫਿਲਿਪ ਗੁਣਾਵਰਤਨੇ, ਪਿਕਾਜੀ ਰਾਓ, ਜੀਜੀਬਾ ਖਤਾਲ ਪਾਟਿਲ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਸ਼੍ਰੀਲੰਕਾ ਦੇ ਜਾਣੇ ਪਛਾਣੇ ਆਗੂ ਫਿਲਿਪ ਗੁਣਾਵਰਤਨੇ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਭਾਰਤ ਲਈ ਫਿਲਿਪ ਗੁਣਾਵਰਤਨੇ ਦਾ ਪ੍ਰੇਮ ਅਤੇ ਉਪਨਿਵੇਸ਼ੀ ਸ਼ਾਸਨ ਤੋਂ ਸੁਤੰਤਰਤਾ ਦੇ ਯਤਨ 1920 ਦੇ ਦਹਾਕੇ ਦੇ ਸ਼ੁਰੂ ਵਿੱਚ ਅਮਰੀਕਾ ਵਿੱਚ ਸ਼ੁਰੂ ਹੋਏ। ਉਹ ਯੂਨੀਵਰਸਿਟੀ ਆਫ ਵਿਸਕੌਨਸਿਨ ਵਿੱਚ ਜੈ ਪ੍ਰਕਾਸ਼ ਨਾਰਾਇਣ ਦੇ ਸਹਿਪਾਠੀ ਰਹੇ, ਜਿੱਥੇ ਉਹ ਉਪਨਿਵੇਸ਼ੀ ਸ਼ਾਸਨ ਤੋਂ ਆਜ਼ਾਦੀ ਦੀ ਵਕਾਲਤ ਕਰਿਆ ਕਰਦੇ ਸਨ। 1928 ਵਿੱਚ ਫਿਲਿਪ ਗੁਣਾਵਰਤਨੇ ਇੰਗਲੈਂਡ ਚਲੇ ਗਏ ਅਤੇ ਵੀਕੇ ਕ੍ਰਿਸ਼ਨਾ ਮੈਨਨ ਦੇ ਨਾਲ ਇੰਡੀਅਨ ਲੀਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੇ ਲੰਕਾ ਸਮ ਸਮਾਜ ਪਾਰਟੀ ਨੇ ਬਰਤਾਨਵੀ ਯੁੱਧ ਯਤਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਉਸ ਦੇ ਮੈਂਬਰਾਂ ਨੂੰ ਰੂਪੇਸ਼ ਹੋਣਾ ਪਿਆ। ਫਿਲਿਪ ਗੁਣਾਵਰਤਨੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਰਤਾਨਵੀ ਯੁੱਧ ਦਾ ਖੁੱਲ੍ਹਾ ਵਿਰੋਧ ਕਰਨ ਲਈ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। 5 ਅਪ੍ਰੈਲ 1942 ਨੂੰ ਕੋਲੰਬੋ ਤੇ ਜਾਪਾਨੀ ਹਮਲੇ ਦੌਰਾਨ ਗੁਣਾਵਰਤਨੇ ਸਣੇ ਕਈ ਆਗੂ ਜੇਲ੍ਹ ਵਿੱਚੋਂ ਨਿਕਲਣ ਵਿੱਚ ਸਫਲ ਰਹੇ। ਗੁਰੂਸਾਮੀ ਦੇ ਨਾਂ ਤੋਂ ਫਿਲਿਪ ਆਪਣੀ ਪਤਨੀ ਕੁਸੁਮ ਨਾਲ ਭਾਰਤ ਆ ਗਏ। ਭਾਰਤ ਵਿੱਚ ਉਹ ਦੋਵੇਂ ਉਹਨਾਂ ਭੂਮੀਗਤ ਕਾਰਕੁਨਾਂ ਵਿੱਚ ਸ਼ਾਮਲ ਹੋ ਗਏ ਜੋ ਭਾਰਤ ਦੀ ਸੁਤੰਤਰਤਾ ਲਈ ਲੜ ਰਹੇ ਸਨ। 1943 ਵਿੱਚ ਫਿਲਿਪ ਅਤੇ ਉਹਨਾਂ ਦੀ ਪਤਨੀ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਬੰਬਈ ਵਿੱਚ ਆਰਥਰ ਰੋਡ ਜੇਲ੍ਹ ਭੇਜਿਆ ਗਿਆ। 1 ਸਾਲ ਬਾਅਦ ਦੋਨਾਂ ਨੂੰ ਸ਼੍ਰੀਲੰਕਾ ਜਲਾਵਤਨ ਕਰ ਦਿੱਤਾ ਗਿਆ। 1945 ਵਿੱਚ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਸੁਤੰਤਰਤਾ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸ਼੍ਰੀਲੰਕਾ ਵਿੱਚ ਉਹਨਾਂ ਦੇ ਘਰ ਗਏ ਅਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਸਮਰਥਨ ਅਤੇ ਉਹਨਾਂ ਦੇ ਵਿਅਕਤੀਗਤ ਬਲੀਦਾਨ ਲਈ ਦੋਹਾਂ ਦਾ ਧੰਨਵਾਦ ਕੀਤਾ। 1948 ਵਿੱਚ ਸ਼੍ਰੀਲੰਕਾ ਦੇ ਬਰਤਾਨੀਆ ਤੋਂ ਆਜ਼ਾਦ ਹੋਣ ਦੇ ਬਾਅਦ ਫਿਲਿਪ ਅਤੇ ਕੁਸੁਮ ਸ਼੍ਰੀਲੰਕਾਈ ਸੰਸਦ ਦੇ ਲਈ ਚੁਣੇ ਗਏ। ਫਿਲਿਪ 1956 ਵਿੱਚ ਪੀਪਲਸ ਰੈਵੋਲਿਊਸ਼ਨ ਸਰਕਾਰ ਦੇ ਬਾਨੀ ਨੇਤਾ ਅਤੇ ਕੈਬਨਿਟ ਮੰਤਰੀ ਸਨ। ਉਹਨਾਂ ਨੂੰ ਸ਼੍ਰੀਲੰਕਾ ਵਿੱਚ ਸਮਾਜਵਾਦ ਦਾ ਜਨਕ ਵੀ ਕਿਹਾ ਜਾਂਦਾ ਹੈ। ਫਿਲਿਪ ਗੁਣਾਵਰਤਨੇ ਅੰਤ ਤੱਕ ਜਨਤਕ ਜੀਵਨ ਵਿੱਚ ਕਿਰਿਆਸ਼ੀਲ ਰਹੇ ਅਤੇ 26 ਮਾਰਚ 1972 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਸੱਭਿਆਚਾਰਕ, ਸਮਾਜਿਕ ਅਤੇ ਇਤਿਹਾਸਕ ਰੂਪ ਨਾਲ ਭਾਰਤ ਹਜ਼ਾਰਾਂ ਸਾਲਾਂ ਤੋਂ ਸ਼੍ਰੀਲੰਕਾ ਦਾ ਗੂੜਾ ਗੁਆਂਢੀ ਮਿੱਤਰ ਰਿਹਾ ਹੈ। ਫਿਲਿਪ ਗੁਣਾਵਰਤਨੇ ਅਤੇ ਸ਼੍ਰੀਲੰਕਾ ਦੇ ਅਣਜਾਣੇ ਸ਼ਹੀਦਾਂ ਦਾ ਬਲੀਦਾਨ ਦੋਹਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਦਾ ਆਧਾਰ ਅਤੇ ਪ੍ਰਤੀਕ ਹੈ। ਸਾਡੇ ਵੱਲੋਂ ਇਸ ਮਹਾਨ ਆਗੂ ਨੂੰ ਸ਼ਰਧਾਂਜਲੀ। ਅਸੀਂ ਸੁਤੰਤਰਤਾ ਸੈਨਾਨੀ ਪਿਕਾਜੀ ਰਾਓ ਜੀਜਾਬਾ ਖਤਾਲ ਪਾਟਿਲ ਨੂੰ ਵੀ ਯਾਦ ਕਰ ਰਹੇ ਹਾਂ। ਉਹ ਦਾਦਾ ਜਾਂ ਖਤਾਲ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਸਨ। ਉਹਨਾਂ ਦਾ ਜਨਮ 26 ਮਾਰਚ 1919 ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਹੋਇਆ ਸੀ। ਉਹਨਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕਿਰਿਆਸ਼ੀਲ ਹਿੱਸੇਦਾਰੀ ਨਿਭਾਈ। 1930 ਦੇ ਦਹਾਕੇ ਵਿੱਚ ਜਵਾਨੀ ਵਿੱਚ ਉਹ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਸ਼ਾਮਲ ਹੋ ਗਏ। ਬਾਅਦ ਵਿੱਚ ਉਹ ਵਕਾਲਤ ਕਰਨ ਲੱਗੇ। ਉਹ ਮਹਾਰਾਸ਼ਟਰ ਦੇ ਪ੍ਰਸਿੱਧ ਵਕੀਲ ਸਨ। ਭਾਰਤ ਛੱਡੋ ਅੰਦੋਲਨ ਦੌਰਾਨ ਦਾਦਾ ਅਹਿਮਦਨਗਰ ਵਿੱਚ ਕਿਰਿਆਸ਼ੀਲ ਰਹੇ। ਦਾਦਾ 1962 ਤੋਂ 1985 ਤੱਕ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਰਹੇ। ਉਹ 16 ਸਾਲ ਤੋਂ ਵੱਧ ਸਮੇਂ ਤੱਕ ਮਹਾਰਾਸ਼ਟਰ ਕੈਬਨਿਟ ਵਿੱਚ ਮੰਤਰੀ ਰਹੇ ਅਤੇ ਵੱਖ-ਵੱਖ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ। ਉਹਨਾਂ ਨੂੰ ਬੰਨਾਂ ਅਤੇ ਖੱਡ ਮਿੱਲਾਂ ਦੇ ਨਿਰਮਾਣ ਸਮੇਤ ਮਹਾਰਾਸ਼ਟਰ ਵਿੱਚ ਅਨੇਕਾਂ ਪ੍ਰੋਜੈਕਟਾਂ ਦਾ ਸਿਹਰਾ ਹਾਸਲ ਹੈ। ਪਾਟਿਲ ਨੇ ਆਪਣੇ ਸਮੁੱਚੇ ਸਿਆਸੀ ਜੀਵਨ ਦੌਰਾਨ ਜਨਤਕ ਜੀਵਨ ਵਿੱਚ ਸੁੱਚਮਤਾ ਦਾ ਪਾਲਣ ਕੀਤਾ। ਉਹ ਇੰਨੇ ਸਿਧਾਂਤਵਾਦੀ ਸਨ ਕਿ ਮੰਤਰੀ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਸਰਕਾਰੀ ਵਾਹਨ ਦਾ ਕਦੇ ਇਸਤੇਮਾਲ ਨਹੀਂ ਕਰਨ ਦਿੱਤਾ। 1985 ਵਿੱਚ ਉਹਨਾਂ ਨੇ ਕਿਰਿਆਸ਼ੀਲ ਸਿਆਸਤ ਤੋਂ ਸੰਨਿਆਸ ਲੈ ਲਿਆ। ਪਾਟਿਲ ਨੇ ਬਾਕੀ ਜੀਵਨ ਧਿਆਨ ਸਾਧਨਾ ਸਮੇਤ ਆਪਣੀ ਰੁਚੀ ਦੇ ਕੰਮਾਂ ਵਿੱਚ ਬਿਤਾਇਆ। ਬੀਜੇ ਖਤਾਲ ਪਾਟਿਲ ਨੇ ਮਰਾਠੀ ਵਿੱਚ ਕਈ ਕਿਤਾਬਾਂ ਵੀ ਲਿਖੀਆਂ। 16 ਸਤੰਬਰ 2019 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਮਹਾਨ ਰਾਸ਼ਟਰਵਾਦੀ ਨੂੰ ਸਾਡਾ ਨਮਨ।